प्रसाद ज्ञान ध्यान किश कर्म न जाना सार न जाना तेरी सब ते वड्डा सतगुरु नानक जिन कल राखी मेरी सब ते वड्डा सतगुरु नानक जिन कल राखी मेरी ज्ञान ध्यान किछ कर्म न जाना नाहन निर्मल करनी साध संगत का चल लाभो विषम नदी जाए तरनी साध संगत कायम चल लाओ विषम नदी जाए तरनी से संयोग करो मेरे प्यारे जित रसना हर नाम उचारे कर कृपा मेरे दीन दयाल अपना नाम दे जप जीवा पूर्ण होए दास की काल अपना नाम दे जप जीवा पूर्ण होए दास की काल माया चित परमेण इश्क मित्रेक बांधवह लब्ध्यं साध संगेण नानक सुख अस्तानं गोपाल भजनं वाहिगुरू का खालसा वाहिगुरू जी की फतेह। गरीब नवाज पातशाहां दे पातशाह जुगो जुग अटल धन धन श्री गुरु ग्रंथ साहिब जी की पावन हजूरी विच सजी हुई वडभागी साध संगत सतगुरु जी की रहमत दे नाल इस भाग घड़ी सत्संग की सानू प्राप्त हुई है। सतगुरु जी की अपार बख्शिश के नाल पावन बाणी जिसका सरलेख सतगुरु जी ने गाथा लिखा है इसकी विचार चल रही है। पहले 3 श्लोकों की विचार आपां कल श्रवण की है। अज चौथा श्लोक जिसका पाठ आपां हुण श्रवण किया है। अज 2022 का नवा साल भी चढ़िया है। दास वालों सारिया संगतां बहुत बहुत बधाइयां होण। सतगुरु जी कृपा कर जिवें अज अपने चरणों के नाल जुड़िया है संगत बख्शी है इस तरह ही सारा साल अपने चरणों के नाल जुड़ के रखण और गुरु के प्यारिਆਂ के नित दर्शन होते रहन। ये अरदास है गुरु के चरणों के सब का ही भला करन सुख शांति सब पासे वरते। कल आपां श्रवण कर रहे सी कि मनुखा देही जो है ये वाहिगुरु परमेश्वर ने जो बनाया है इसनूं 5 तत्तां ही बनाया है।
ਸੰਸਾਰ ਦੀ ਹਰ ਚੀਜ਼ ਹੀ ਪੰਜ ਤੱਤਾਂ ਦੀ ਬਣੀ ਹੋਈ ਹੈ। ਇਹ ਪੰਜ ਤੱਤ ਕਿਹੜੇ ਹਨ? ਹਵਾ ਹੈ, ਪਾਣੀ ਹੈ, ਅਗਨੀ ਹੈ, ਮਿੱਟੀ ਹੈ ਅਤੇ ਆਕਾਸ਼ ਹੈ। ਇਹ ਪੰਜ ਤੱਤ ਹਨ। ਸਾਡੀ ਦੇਹ ਜਿਹੜੀ ਹੈ ਇਹ ਪੰਜ ਤੱਤਾਂ ਦੀ ਬਣੀ ਹੋਈ ਹੈ। ਇਸੇ ਤਰ੍ਹਾਂ ਹਰ ਚੀਜ਼, ਜਿੰਨੀਆਂ ਚੀਜ਼ਾਂ ਆਪਾਂ ਵੇਖਦੇ ਹਾਂ, ਇਹ ਵੀ ਇਹਨਾਂ ਹੀ ਪੰਜਾਂ ਤੱਤਾਂ ਦੀਆਂ ਹੀ ਬਣੀਆਂ ਹੋਈਆਂ ਹਨ। ਇਹ ਬਿਲਕੁਲ ਇਸ ਤਰ੍ਹਾਂ ਹੈ ਜਿਵੇਂ ਵਾਹਿਗੁਰੂ ਪਰਮੇਸ਼ਰ ਨੇ ਇਹ ਸਾਰੇ ਹੀ ਵੱਖਰੇ ਵੱਖਰੇ ਭਾਂਡੇ ਬਣਾਏ ਹੋਣ। ਮਹਾਰਾਜ ਦਾ ਬਚਨ ਵੀ ਹੈ, ਆਪੇ ਭਾਂਡੇ ਸਾਜਨ ਆਪੇ ਪੂਰਨਦੇ। ਆਪ ਹੀ ਇਹ ਸਾਰੇ ਭਾਂਡੇ ਉਸਨੇ ਬਣਾਏ ਤੇ ਵੱਖਰੇ ਵੱਖਰੇ ਕਿਸਮ ਦੇ ਭਾਂਡੇ ਬਣਾ ਕੇ ਇਹਨਾਂ ਦੇ ਵੱਖਰੀਆਂ ਵੱਖਰੀਆਂ ਵਸਤੂਆਂ ਪਾਈਆਂ ਗਈਆਂ ਹਨ। ਜਿਵੇਂ ਭਾਂਡੇ ਜਿਹੜੇ ਹਨ ਉਹਨਾਂ 'ਚ ਵੱਖਰੀਆਂ ਵੱਖਰੀਆਂ ਵਸਤੂਆਂ ਪਾਈਆਂ ਹਨ। ਕਾਹਦੇ ਵਾਸਤੇ ਮਿਲੀ ਹੈ? ਇਨਸਾਨ ਨੂੰ ਵਾਹਿਗੁਰੂ ਪਰਮੇਸ਼ਰ ਨੇ ਸੋਝੀ ਬਖਸ਼ਿਸ਼ ਕੀਤੀ ਹੈ ਕਿ ਇਹ ਇਨਸਾਨ, ਆ ਮਨੁੱਖਾ ਜੀਵਨ ਜੋ ਤੈਨੂੰ ਮਿਲਿਆ ਹੈ ਇਹ ਸਭ ਤੋਂ ਸ੍ਰੇਸ਼ਟ ਜੀਵਨ ਹੈ। ਇਸ ਤੋਂ ਉੱਪਰ ਕੋਈ ਨਹੀਂ ਹੈ। ਦੇਵਤੇ ਵੀ ਇਸ ਜੀਵਨੀ ਵਾਸਤੇ ਤਰਲੇ ਲੈਂਦੇ ਹਨ ਕਿ ਸਾਨੂੰ ਮਨੁੱਖਾ ਜੀਵਨ ਮਿਲੇ, ਸਾਡਾ ਭਲਾ ਹੋਵੇ, ਅਸੀਂ ਪਰਮਾਤਮਾ ਦਾ ਸਿਮਰਨ ਕਰਕੇ ਉਸ ਵਿੱਚ ਇੱਕ ਹੋਈਏ। ਇਸ ਦਾ ਮਤਲਬ ਇਹ ਹੈ ਕਿ ਮਨੁੱਖਾ ਜੀਵਨ ਜਿਹੜੀ ਹੈ ਦੇਵਤਿਆਂ ਨਾਲੋਂ ਵੀ ਉੱਪਰ ਹੈ। ਪਰ ਅਗਿਆਨਤਾ ਦੇ ਕਾਰਨ ਸਮਝ ਨਹੀਂ ਹੈ ਇਨਸਾਨ ਨੂੰ। ਸੰਸਾਰਿਕ ਜੀਵਨ ਦੇ ਜਿਉਂਦਿਆਂ ਹੋਇਆ ਇਨਸਾਨ ਇੱਕ ਤਾਂ ਆਪਣਾ ਸਾਰੀ ਉਮਰ ਘਰ ਸਵਾਰਦਾ ਰਹਿੰਦਾ ਹੈ, ਇਸ ਨੂੰ ਹੋਰ ਚੰਗਾ ਬਣਾ ਲਵਾਂ, ਹੋਰ ਚੰਗਾ ਬਣਾ ਲਵਾਂ। ਦੂਸਰਾ ਇਸ ਦੇਹੀ ਨੂੰ ਸਵਾਰਦਾ ਰਹਿੰਦਾ ਹੈ, ਇਹ ਹੋਰ ਚੰਗੀ ਬਣ ਜਾਵੇ, ਹੋਰ ਇਹ ਤਾਕਤਵਰ ਬਣ ਜਾਵੇ। ਇਹ ਅਗਿਆਨਤਾ ਹੈ, ਕਿਉਂਕਿ ਨਾ ਇਹ ਦੇਹੀ ਰਹਿੰਦੀ ਹੈ, ਨਾ ਹੀ ਘਰ ਰਹਿੰਦਾ ਹੈ। ਦੋਨਾਂ ਨੂੰ ਹੀ ਛੱਡਣਾ ਪੈਂਦਾ ਹੈ। ਜਿਸ ਚੀਜ਼ ਨੂੰ ਛੱਡ ਦੇਣਾ ਹੈ, ਇਨਸਾਨ ਦੀ ਅਗਿਆਨਤਾ ਇਹ ਹੈ ਕਿ ਜੋ ਛੱਡਣਾ ਸੋ ਅਸਥਿਰ ਕਰਨਾ ਹੈ। ਜਿਸ ਨੂੰ ਛੱਡ ਦੇਣਾ ਹੈ ਉਸ ਨੂੰ ਸਥਿਰ ਮੰਨੀ ਬੈਠਾ ਹੈ, ਉਸ ਦੇ ਨਾਲ ਚਿੰਬੜਿਆ ਹੋਇਆ ਹੈ। ਚਾਹੀਦਾ ਕੀ ਹੈ ਕਿ ਇਸ ਦੇਹੀ ਦੇ ਅੰਦਰ ਜੋ ਮਨ ਹੈ ਉਸ ਨੂੰ ਸਵਾਰਨ ਦੇ ਆਹਾਰ ਵਿੱਚ ਲੱਗੇ। ਗੁਰੂ ਸ਼ਬਦ ਦਾ ਆਸਰਾ ਲੈ ਕੇ, ਗੁਰੂ ਸ਼ਬਦ ਦਾ ਸਹਾਰਾ ਲੈ ਕੇ ਇਸ ਨੂੰ ਸਵਾਰੇ। ਦੂਸਰੇ ਪਾਸੇ ਜਿਹੜਾ ਬਾਹਰ ਘਰ ਹੈ ਸਾਡੇ ਕੋਲ, ਜਿੱਥੇ ਉਹ ਜਾਂਦੇ ਹਾਂ, ਇੱਕ ਸਾਡਾ ਨਿੱਜੀ ਘਰ ਹੈ। ਇਸ ਕਾਇਆ ਦੇ ਅੰਦਰ ਨਿੱਜੀ ਘਰ ਹੈ ਜਿਸ ਨੂੰ ਮਹਾਰਾਜ ਨੇ ਹਿਰਦਾ ਦੱਸਿਆ ਹੈ, ਜਿੱਥੋਂ ਸਾਡੇ ਅੰਦਰੋਂ ਤਰ੍ਹਾਂ ਤਰ੍ਹਾਂ ਦੇ ਵਿਚਾਰ ਉੱਠਦੇ ਰਹਿੰਦੇ ਹੁੰਦੇ ਹਨ। ਕਦੀ ਕੋਈ ਖਿਆਲ ਆ ਗਿਆ, ਕਦੀ ਕੋਈ ਖਿਆਲ ਆ ਗਿਆ। ਜਿੱਥੋਂ ਇਹ ਵਿਚਾਰ ਉੱਠਦੇ ਹਨ, ਪੈਦਾ ਹੁੰਦੇ ਹਨ, ਉਸ ਨੂੰ ਹਿਰਦਾ ਕਿਹਾ। ਇਹ ਸਾਡਾ ਨਿੱਜ ਘਰ ਹੈ। ਇੱਥੋਂ ਕਿਹੋ ਜਿਹੇ ਵਿਚਾਰ ਉੱਠਦੇ ਹਨ? ਜਿਵੇਂ ਘਰ ਹੈ ਜੋ ਕੋਈ, ਉਸ ਵਿੱਚ ਚੰਗੇ ਬੰਦੇ ਵੀ ਰਹਿੰਦੇ ਹਨ ਤੇ ਉਸ ਦੇ ਵਿੱਚ ਮਾੜੇ ਵੀ ਹੋ ਸਕਦੇ ਹਨ। ਸਾਰੇ ਹੀ ਮਾੜੇ ਹੋ ਸਕਦੇ ਹਨ, ਸਾਰੇ ਹੀ ਚੰਗੇ ਵੀ ਹੋ ਸਕਦੇ ਹਨ। ਬਿਲਕੁਲ ਇਸੇ ਹੀ ਤਰ੍ਹਾਂ ਸਾਡੇ ਹਿਰਦੇ ਰੂਪੀ ਘਰ ਹੈ। ਇਸ ਘਰ ਦੇ ਵਿੱਚ ਚੰਗੇ ਵਿਚਾਰ ਵੀ ਪੈਦਾ ਹੁੰਦੇ ਹਨ, ਮਾੜੇ ਵੀ ਪੈਦਾ ਹੁੰਦੇ ਹਨ। ਕਦੀ ਚੰਗੇ ਵਿਚਾਰ ਪੈਦਾ ਹੋ ਗਏ, ਕਦੀ ਮਾੜੇ ਵਿਚਾਰ ਅੰਦਰੋਂ ਖਿਆਲ ਆਈ ਜਾਂਦਾ ਕੋਈ ਨਾ ਕੋਈ। ਹਰ ਵੇਲੇ ਹੀ ਮਨ ਦਾ ਕੰਮ ਕੀ ਹੈ? ਸੋਚਣਾ। ਮਨ ਹੈ ਹੀ ਅਸਲ ਵਿੱਚ ਇਹ ਵਿਚਾਰ ਹੀ ਹੈ। ਵਿਚਾਰ ਨੂੰ ਹੀ ਮਨ ਕਿਹਾ ਹੈ। ਜਿਹੜੇ ਵਿਚਾਰ ਸਾਡੇ ਅੰਦਰ ਪੈਦਾ ਹੁੰਦੇ ਹਨ, ਇਹੀ ਮਨ ਹੈ। ਕਦੀ ਕੋਈ ਖਿਆਲ ਆ ਗਿਆ, ਕਦੀ ਕੋਈ ਖਿਆਲ ਆ ਗਿਆ। ਸੋ ਇੱਕ ਉਹ ਹਨ ਜਿਨ੍ਹਾਂ ਦੇ ਅੰਦਰ ਹਰ ਵੇਲੇ ਹੀ ਮਾੜੇ ਵਿਚਾਰ ਹੀ ਆਉਂਦੇ ਹਨ,
ਚੰਗਾ ਵਿਚਾਰ ਕਦੀ ਆਉਂਦਾ ਹੀ ਨਹੀਂ ਹੈ। ਇੱਕ ਉਹ ਹਨ ਜਿਨ੍ਹਾਂ ਦੇ ਅੰਦਰ ਕਦੇ ਮਾੜਾ ਵਿਚਾਰ ਆਉਂਦਾ ਹੀ ਨਹੀਂ, ਸਦਾ ਚੰਗੇ ਹੀ ਵਿਚਾਰ ਆਉਂਦੇ ਹਨ। ਉਹਨਾਂ ਨੂੰ ਗੁਰਬਾਣੀ ਵਿੱਚ ਸੰਤ ਕਿਹਾ ਹੈ, ਸਾਧੂ ਕਿਹਾ ਹੈ, ਗੁਰਮੁਖ ਕਿਹਾ ਹੈ। ਸੋ ਮਹਾਰਾਜ ਨੇ ਪਹਿਲੇ ਸ਼ਲੋਕ ਵਿੱਚ ਸਾਨੂੰ ਇਹ ਸਿੱਖਿਆ ਦਿੱਤੀ ਕਿ ਇਹ ਅਗਿਆਨੀ ਇਨਸਾਨ ਇਸ ਦੇਹ ਨੂੰ ਜਿੰਨੀਆਂ ਮਰਜ਼ੀ ਸੁਗੰਧੀਆਂ ਤੂੰ ਲਾ ਲੈ, ਇਹ ਦੇਹ ਗੰਦੀ ਹੀ ਰਹਿਣੀ ਹੈ। ਸ਼ੁੱਧ ਕਹਾਂ ਹੋਏ ਕਾਚੀ ਪੀ, ਕੱਚੀ ਕੰਧ ਨੂੰ ਧੋਈ ਜਾ ਉਸ ਤੇ ਫੁੱਲ ਜੜ ਲੈ, ਉਸ ਤੇ ਜੋ ਮਰਜ਼ੀ ਪਾ ਦੇ, ਵੇਲ ਬੂਟੇ ਪਾ ਦੇ, ਉਹਨੇ ਤਾਂ ਕੱਚੀ ਹੀ ਰਹਿਣਾ ਹੈ। ਤੋ ਇਸ ਮਨੁੱਖਾ ਦੇਹੀ ਜਿਹੜੀ ਗੰਦੀ ਹੈ, ਗੰਦੀ ਚੀਜ਼ ਦੇ ਨਾਲ ਲੱਗ ਕੇ ਹਰ ਚੀਜ਼ ਗੰਦੀ ਹੋ ਜਾਂਦੀ ਹੈ। ਇਹ ਸੁਗੰਧੀਆਂ ਜਿਹੜੀਆਂ ਹਨ ਇਹ ਵੀ ਕੁਝ ਸਮੇਂ ਬਾਅਦ ਗੰਦੀਆਂ ਹੋ ਜਾਂਦੀਆਂ ਹਨ। ਇਹਨਾਂ ਵਿੱਚੋਂ ਵੀ ਦੁਰਗੰਧ ਆਉਣ ਲੱਗ ਪੈਂਦੀ ਹੈ। ਕਾਰਨ ਕੀ ਹੈ? ਇਸ ਦੇਹ ਦੇ ਵਿੱਚ ਖੂਨ ਹੈ, ਮਿੱਝ ਹੈ, ਚਰਬੀ ਹੈ, ਜਿਹੜੀ ਹੱਡੀਆਂ ਹਨ, ਇਹ ਸਾਰੀਆਂ ਹੀ ਦੁਰਗੰਧ ਪੈਦਾ ਕਰਨ ਵਾਲੀਆਂ ਚੀਜ਼ਾਂ ਹਨ। ਚੰਗੀ ਗੱਲ ਇਹ ਹੈ ਕਿ ਇਸ ਦੇਹ ਨੂੰ ਤੂੰ ਹਰੀ ਦਾ ਮੰਦਰ ਸਮਝ, ਰੱਬ ਦਾ ਮੰਦਰ ਸਮਝ। ਇਸ ਦੇ ਅੰਦਰ ਬੈਠੇ ਹੋਏ ਵਾਹਿਗੁਰੂ ਪਰਮੇਸ਼ਰ ਨੂੰ ਪਛਾਣਨ ਦਾ ਯਤਨ ਕਰ। ਇਸ ਆਹਾਰ ਵਿੱਚ ਲੱਗ, ਇਹ ਤੇਰਾ ਆਹਾਰ ਜਿਹੜਾ ਹੈ ਇਹ ਸਫਲਾ ਹੋਏਗਾ, ਤੇਰਾ ਮਨੁੱਖਾ ਜਨਮ ਸਫਲਾ ਹੋਏਗਾ। ਦੂਸਰੇ ਸ਼ਲੋਕ ਵਿੱਚ ਮਹਾਰਾਜ ਨੇ ਸਾਨੂੰ ਸਮਝਾਇਆ ਕਿ ਬਹੁਤ ਸਾਰੇ ਲੋਕ ਅਜਿਹੇ ਹਨ, ਉਹ ਭਗਤੀ ਵਾਲੇ ਪਾਸੇ ਲੱਗ ਜਾਂਦੇ ਹਨ, ਚਾਹੁੰਦੇ ਹਨ ਕਿ ਰੱਬ ਨੂੰ ਮਿਲ ਜਾਈਏ ਕਿਸੇ ਤਰੀਕੇ ਦੇ ਨਾਲ, ਬੰਦਗੀ ਕਰਦੇ ਹਨ, ਬਹੁਤ ਕਰਦੇ ਹਨ, ਕਾਰੋਬਾਰ ਵੀ ਛੱਡ ਦਿੰਦੇ ਹਨ ਕਈ। ਲੇਕਿਨ ਥੋੜੀ ਜਿਹੀ ਕੋਈ ਸ਼ਕਤੀ ਰੱਬ ਵੱਲੋਂ ਮਿਲਦੀ ਹੈ, ਬਸ ਉੱਥੇ ਹੀ ਉਹ ਅੜ ਜਾਂਦੇ ਹਨ, ਉੱਥੇ ਹੀ ਉਹਨਾਂ ਦੇ ਜੀਵਨ 'ਚ ਰੁਕਾਵਟ ਆ ਜਾਂਦੀ ਹੈ, ਅੱਗੇ ਨਹੀਂ ਵੱਧ ਸਕਦੇ। ਉਨੀ ਕੁ ਸ਼ਕਤੀ ਦੇ ਨਾਲ ਜਿਹੜੀ ਲੋਕਾਂ ਵਿੱਚ ਪੂਜਾ ਹੋਣੀ ਸ਼ੁਰੂ ਹੁੰਦੀ ਹੈ, ਸਤਿਕਾਰ ਮਿਲਣਾ ਸ਼ੁਰੂ ਹੁੰਦਾ ਹੈ, ਉਹ ਭਰਮ ਵਿੱਚ ਪੈ ਜਾਂਦਾ ਹੈ ਕਿ ਮੈਂ ਤਾਂ ਹੁਣ ਪੂਰਨ ਬਣ ਗਿਆ, ਮੈਂ ਤਾਂ ਹੁਣ ਸੰਤ ਬਣ ਗਿਆ। ਇੱਥੇ ਉਸ ਦਾ ਜੀਵਨ ਦੀ ਜਿਹੜੀ ਘਾਟ ਘੜੀ ਜਾ ਰਹੀ ਸੀ, ਇੱਥੇ ਹੀ ਰੁਕ ਜਾਂਦੀ ਹੈ। ਇਹ ਰਿੱਧੀਆਂ ਸਿੱਧੀਆਂ ਦਾ ਚਿੱਟ ਅਜਿਹਾ ਹੈ ਕਿ ਜਿਵੇਂ ਇਨਸਾਨ ਮਾਇਆ ਨਾਲ ਨਹੀਂ ਰੱਜਦਾ ਹੈ, ਹੋਰ ਆ ਜਾਵੇ, ਹੋਰ ਆ ਜਾਵੇ, ਜਿਵੇਂ ਅੱਗ ਦੇ ਉੱਤੇ ਬਾਲਣ ਪਾਈ ਜਾਓ, ਅੱਗ ਰਜਦੀ ਨਹੀਂ ਹੈ, ਹੋਰ ਮਚੇਗੀ। ਇਸੇ ਤਰ੍ਹਾਂ ਹੀ ਤ੍ਰਿਸ਼ਨਾ ਦੀ ਅੱਗ ਹੈ, ਤ੍ਰਿਸ਼ਨਾ ਦੀ ਅੱਗ ਦੇ ਉੱਤੇ ਪਾਓ, ਹੋਰ ਪੈਸੇ ਇਕੱਠੇ ਕਰੀ ਜਾਓ, ਹੋਰ ਕਰੀ ਜਾਓ, ਇਹ ਹੋਰ ਵਧੀ ਜਾਏਗੀ। ਬਿਲਕੁਲ ਇਸੇ ਹੀ ਤਰ੍ਹਾਂ ਰਿੱਧੀਆਂ ਸਿੱਧੀਆਂ ਦਾ ਚਿੱਟ ਹੈ। ਇੱਕ ਆ ਜਾਵੇ, ਫਿਰ ਦੂਜੀ ਪ੍ਰਾਪਤ ਕਰਨ ਨੂੰ ਜੀ ਕਰਦਾ ਹੈ, ਫਿਰ ਤੀਜੀ, ਇਸੇ ਕੰਮ ਦੇ ਵਿੱਚ ਹੀ ਸਾਰੀ ਉਮਰ ਲੱਗ ਜਾਂਦੀ ਹੈ ਇਨਸਾਨ ਦੀ। ਮਹਾਰਾਜ ਨੇ ਸਮਝਾਇਆ ਕਿ ਇਨਸਾਨ, ਜੇ ਤੇਰੇ ਅੰਦਰ ਸਾਧਨਾ ਦੇ ਨਾਲ, ਭਗਤੀ ਦੇ ਨਾਲ ਇੰਨੀ ਵੀ ਤਾਕਤ ਆ ਜਾਵੇ ਕਿ ਤੂੰ ਅੱਖ ਦੇ ਝਮਕਣ ਜਿੰਨੇ ਸਮੇਂ ਦੇ ਵਿੱਚ ਸਭ ਪਾਸੇ ਉੱਚੇ ਉੱਚੇ ਪਹਾੜਾਂ ਦੇ ਉੱਤੇ, ਆਕਾਸ਼ ਦੇ ਵਿੱਚ, ਧਰਤੀ ਦੇ ਹਰ ਕੋਨੇ ਦੇ ਵਿੱਚ, ਸਮੁੰਦਰ ਦੇ ਹਰ ਥਾਂ ਹੀ ਪਹੁੰਚ ਜਾਵੇਂ, ਸਭ ਥਾਵਾਂ ਦੀ ਤੂੰ ਜਾਣਕਾਰੀ ਪ੍ਰਾਪਤ ਕਰ ਲਵੇਂ। ਪਰ ਯਾਦ ਰੱਖ, ਗੁਰੂ ਤੋਂ ਬਿਨਾਂ ਭਲਾ ਨਹੀਂ ਹੋਣਾ। ਇਹ ਰਿੱਧੀਆਂ ਸਿੱਧੀਆਂ ਜਿਹੜੀਆਂ ਹਨ ਇਹ ਕਿਸੇ ਕੰਮ ਨਹੀਂ ਆਉਣੀਆਂ, ਤੇਰੇ ਜੀਵਨ ਦੇ ਵਿੱਚ ਤੇਰਾ ਸੁਧਾਰ ਨਹੀਂ ਹੋਣਾ। ਤੀਸਰੀ ਗੱਲ ਮਹਾਰਾਜ ਨੇ ਸਮਝਾਈ ਤੀਸਰੇ ਸ਼ਲੋਕ ਦੇ ਰਾਹੀਂ ਕਿ ਇਨਸਾਨ ਨੂੰ ਇਹ ਗੱਲ ਪੱਕੀ ਕਰ ਲੈਣੀ ਚਾਹੀਦੀ ਹੈ ਕਿ ਜੋ ਕੁਝ ਆਪਾਂ ਨੂੰ ਦਿਸ ਰਿਹਾ ਹੈ ਸਭ ਕੁਝ ਮਿਥਿਆ ਹੈ। ਮਿਥਿਆ ਤਨ ਧਨ ਪ੍ਰਟੰਗ ਸੁਭਾਇਆ, ਮਿਥਿਆ ਹਉਮੈ ਮਮਤਾ ਮਾਇਆ, ਮਿਥਿਆ ਰਾਜ ਜੋਗਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ। ਇਹ ਜੋ ਕੁਝ ਵੀ ਆਪਾਂ ਵੇਖ ਰਹੇ ਹਾਂ ਇਹ ਮਿਥਿਆ ਹੈ। ਮਿਥਿਆ ਦਾ ਮਤਲਬ ਦੇਖਦੇ ਹਾਂ ਤਾਂ ਬੜੀ ਚਮਕ ਦਮਕ ਦਿਸਦੀ ਹੈ, ਅੱਖਾਂ ਲਵਾਉਂਦੀਆਂ ਹਨ, ਪਰ ਸਾਥ ਇਹਨਾਂ 'ਚ ਕੁਛ ਨਹੀਂ ਜਾਂਦਾ। ਮਹਾਰਾਜ ਦਾ ਬਚਨ ਹੈ, ਸਾਥ ਨਾ ਚੱਲਦਾ
बिन भजन विख्या सगली शार, हर हर नाम कमावना नानक के अनुसार। संग न चालस तेरे तना, तू क्या लटकाव है मूर्ख मान। जिहड़ी चीज तेरे नाल जानी नहीं है, ये मूर्खा, तो फिर उसे दे नाल लग रहा है। हर वेले तेन उसे की याद आती है। सो मारे कहते हैं कि असल में ये सब कुछ मिथ्या है। दूसरा, साडी जिहड़ी अपनी होंद है, इंसान देखो भुल जाता है कि मैं मरना भी है, जद के मरना तो खा के आया है, मरना खाए मंडल में है। पहला वाहिगुरू ने लिखा है भेजन तो पहला ही कि तू मरना भी है, तेरी सीमा है कोई, इन्ना चिर ही रहना तो संसार दे। पर दोवें गल्लां वल ध्यान नहीं इंसान का जाता है। इस शरीर में भी सत समझी बैठा है कि चल हुण है तो बस हुण सब कुछ ही मैं ही हाँ, और कोई है ही नहीं है। मौत भुली पई, खाना पीना हसना सोना विसर गया है मरना। खसम विसार खुआरी किन्नी, तेरे के जीवन नहीं रहना। ये इंसान याद रख, रहना नहीं है इत्थे। कपड़ रूप सुहावना, छड़ दुनिया अंदर जाना। मंदा चंगा अपना आपे ही किता पावना। देख लै, चंगे काम करेगा तो याद रखणगे, जाना तो है, पर चंगे काम करेगा दुनिया याद करेगी तेन मगरों ही। जे सारी उम्र मंदे ही काम करता रहो तो तेनों लानतां पैणगियां। हुंदियां जिउंदियां भी लानतां पैणगियां, मरे नूं भी लानतां पैणगियां। किहो जिहा इंसान होंदा, ये तेरे हथ विच है। इस गल नूं पक्की करके मन दे पक्की कर लै कि सदा नहीं रहना है। जो कुछ तेरे कोल है ये भी सदा तेरे कोल नहीं रहना है। ते की रहना है? मारे कहते परमेश्वर का कीता है जस सिमरन, ये तेरे नाल रहेगा। मिलता कितों है? मारे कहते कि संगत विच सतसंगी बन जा। तेनों गुरु त्रुट के तेरे उत्ते जो तेरा प्यार वेखेगा ना, सत्संग दे नाल इन्ना प्यार है इसका भज्जा होया आउंदा है, तो उस वे तेनों सिमरन की दात बख्शिश कर देगा। ये उपदेश कल आप श्रवण कर रहे थे, अज बख्शिश कर रहे हैं सतगुरु जी। माया चित परमेण, इश्क मतरेक बंद है। इश्क प्यारे, मतरेक मित्र, बंद है रिश्तेदार। माया ना सानू भरमाउंदी है किवें? आ मेरा मित्र है, आ मेरा रिश्तेदार है, आ मेरा अपना है, सका है। ये जिन्ना इस पासे साडा ध्यान हुंदा है उन्ना होर भटकदा है इंसान। होर क्यों? कारण की है कि साडा जिहड़ा आपसी संबंध है ना, संसार के संबंध जुड़े हुए हैं, ये सारे ही लैण देण के संबंध है ना। किसी ने किसी को कुछ लेना है, किसी ने किसी का कुछ देना है। पूर्व जन्म के मिले संजोगी, अंत है को न सहाय। पुरबले किते कर्मां दे अनुसार ये संजोगी बन गए हैं। आप सारे मित्र भी इदा ही बनते हैं, रिश्तेदार भी इदा ही बनते हैं, पर अंतले वेले इन्हां च कोई मददगार नहीं है मारे। पर फिर भी देखो इंसान भटकता रहता है, परमेण भटकता रहता है। हाय मेरा फलाना रिश्तेदार है, फिर पता नहीं उसकी की हालत होनी है, वो मेरा मित्र है, उसकी पता नहीं की हालत है। यही सोचा सोचता सारी उम्र लगा देता है। किवें चैन मिलेगा, शांति किवें मिलेगी? मारे कहते आ काम कर, लभते अनुसार संगेण, नानक सुख स्थान गोपाल भजन। रब का सिमरन कर, परमेश्वर की याद में जुड़। ये तेरे अंदर सुख आ जाएगा, तू अंदरों सुखी हो जाएगा। जे तू अंदरों सुखी हो जाएगा तो तेन बाहर भी सारे ही सुखी ही दिसणगे। जब इंसान अंदरों दुखी होता है फिर उसको सारे ही दुखी दिसते हैं। बीमार बंदे सारे बीमार ही दिसते हैं।
ਚੋਰ ਨੂੰ ਸਭ ਚੋਰ ਹੀ ਦਿਸਦੇ ਹਨ। ਜਿਹੋ ਜਿਹਾ ਅੰਦਰ ਹੈ ਉਹੀ ਬਾਹਰ ਉਸ ਨੂੰ ਉਸੇ ਤਰ੍ਹਾਂ ਦਿਸਦਾ ਹੈ। ਜੈਸੀ ਦ੍ਰਿਸ਼ਟੀ ਤੈਸੀ ਸ੍ਰਿਸ਼ਟੀ। ਜਿਸ ਤਰ੍ਹਾਂ ਦੇ ਅੰਦਰ ਦ੍ਰਿਸ਼ਟੀ ਹੈ, ਸੋਚ ਹੈ ਉਸਦੀ, ਉਸੇ ਤਰ੍ਹਾਂ ਦਾ ਸੰਸਾਰ ਦੇ ਬਾਹਰ ਦਿਸਦਾ ਹੈ। ਇਸ ਕਰਕੇ ਇਨਸਾਨ ਸੁਖੀ ਨਹੀਂ ਹੁੰਦਾ ਜੀਵਨ ਦੇ ਵਿੱਚ, ਹੋਰ ਦੁਖੀ ਹੋਈ ਜਾਂਦਾ ਹੈ। ਮਰ ਕਹਿੰਦੇ ਹਾਂ ਭਲਾ ਹੋ ਸਕਦਾ ਤੇਰਾ, ਭਜਨ ਕਰਿਆ ਕਰ, ਪਰ ਕਿਵੇਂ? ਸਾਧ ਸੰਗਤ ਦਾ ਸਹਾਰਾ ਲੈਣੀ, ਉਹਦਾ ਨਹੀਂ ਭਜਨ ਹੋਣਾ। ਉਹਦਾ ਤਾਂ ਮਹਾਰਾਜ ਨੇ ਦੱਸਿਆ ਹੈ ਕਿ ਜਿਹੜੇ ਕਦੇ ਲੱਗੇ ਰਹੇ ਉਹ ਦੇਖ ਲਓ, ਫਿਰ ਜੋਗੀ ਬਣ ਗਏ, ਸਿੱਧ ਬਣ ਗਏ, ਪੀਰ ਬਣ ਗਏ, ਫਕੀਰ ਬਣ ਗਏ, ਰਿੱਧੀਆਂ ਸਿੱਧੀਆਂ ਦਾ ਝਿੜਕ ਪੈ ਗਿਆ, ਫਿਰ ਚੇਲੇ ਬਾਲ ਕੇ ਬਣ ਗਏ, ਫਿਰ ਕੋਈ ਨਾ ਕੋਈ ਗਲਤੀ ਹੋ ਗਈ ਜੀਵਨ ਦੇ ਵਿੱਚ, ਫਿਰ ਮੁੜ ਕੇ ਜੇਲ੍ਹ ਦੇ ਵਿੱਚ ਸਾਰੀ ਮਰ ਲੈਣਗੇ। ਤੂੰ ਇਸ ਪਾਸੇ ਨਾ ਲੱਗ। ਆਹ ਤਰੀਕਾ ਹੈ ਸਤਸੰਗੀ ਬਣ। ਵਾਹਿ ਮੈਂ ਲਾਗਰ ਸੰਗੇਣ ਨਿਮ ਵਿਕਸੇ ਚੰਦਨੇ, ਨਿਕਟ ਬਸੰਤੋ ਬੰਸੋ ਨਾਨਕ ਅਹੰ ਬੁੱਧ ਨਾ ਬੁਝਦੇ। ਮੈਂ ਲਾਗਰ ਚੰਦਨ ਦਾ ਬੂਟਾ, ਚੰਦਨ ਦੇ ਬੂਟੇ ਦੇ ਲਾਗੇ ਨਿੰਮ ਦਾ ਬੂਟਾ ਉੱਗਿਆ ਹੋਵੇ। ਨਿੰਮ 10 ਵਾਰ ਕੌੜਾ ਹੈ, ਚੰਦਨ ਸੁਗੰਧੀ ਦਿੰਦਾ ਹੈ। ਨਿੰਮ ਵੀ ਸੁਗੰਧੀ ਦੇਣ, ਸੁਗੰਧੀ ਵਾਲਾ ਬੂਟਾ ਨਿੰਮ ਦਾ ਵੀ ਹੋ ਜਾਂਦਾ ਹੈ। ਨਿੰਮ ਦੇ ਪੱਤਿਆਂ ਚੋਂ ਸੁਗੰਧੀ ਆਉਂਦੀ ਹੈ। ਨਿੰਮ ਦੇ ਫਲਾਂ ਵਿੱਚੋਂ ਵੀ ਸੁਗੰਧੀ ਆਉਂਦੀ ਹੈ। ਨਿੰਮ ਦੇ ਛਿੱਲਾਂ ਵਿੱਚੋਂ ਸੁਗੰਧੀ ਆਉਣ ਲੱਗ ਪੈਂਦੀ ਹੈ, ਜੇ ਉਹ ਚੰਦਨ ਦੇ ਲਾਗੇ ਕਿਤੇ ਉਸ ਦਾ ਬੂਟਾ ਹੋਵੇ। ਪਰ ਹਰ ਇੱਕ ਬੂਟਾ ਹੀ ਹੋ ਜਾਂਦਾ ਹੈ। ਚੰਦਨ ਦੇ ਨੇੜੇ ਉੱਗਿਆ ਹਰ ਬੂਟਾ ਹੀ ਸੁਗੰਧੀ ਵਾਲਾ ਹੋ ਜਾਂਦਾ ਹੈ। ਪਰ ਮਾਰੇ ਕਹਿੰਦੇ ਕਿ ਵਾਂਸ ਦਾ ਬੂਟਾ ਜਿਹੜਾ ਹੈ, ਇਹ ਭਾਵੇਂ ਚੰਦਨ ਦੀਆਂ ਜੜ੍ਹਾਂ ਦੇ ਨੇੜੇ ਵੀ ਹੋਵੇ, ਬਿਲਕੁਲ ਹੀ ਨੇੜੇ ਵੀ ਹੋਵੇ, ਇਹ 'ਚ ਸੁਗੰਧੀ ਨਹੀਂ ਆਉਂਦੀ ਹੈ। ਇਸ ਦੀ ਆਪਣੀ ਆਕੜ ਕਰਕੇ ਬਿਲਕੁਲ ਇਸੇ ਹੀ ਤਰ੍ਹਾਂ ਗੁਰੂ ਦੀ ਸੰਗਤ, ਗੁਰੂ ਦੀ ਬਾਣੀ, ਇਹ ਮਾਨੋ ਇਹ ਚੰਦਨ ਹੈ। ਸੰਗਤ ਵਿੱਚ ਇਨਸਾਨ ਆਉਂਦਾ ਹੈ, ਸੰਗਤ ਦੇ ਵਿੱਚ ਸੁਗੰਧੀ ਆਉਂਦੀ ਹੈ ਨਾਮ ਬਾਣੀ ਦੀ। ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਬੈਠਦਾ ਹੈ, ਗੁਰੂ ਗ੍ਰੰਥ ਸਾਹਿਬ ਜੀ ਕੱਲ੍ਹ ਵੀ ਦੱਸਦੇ ਪੈਂਦੇ, ਸੁਗੰਧੀ ਆਉਂਦੀ ਹੈ, ਆਤਮਿਕ ਰਸ ਮਿਲਦਾ ਹੈ ਗੁਰੂ ਮਹਾਰਾਜ ਦੇ ਕੋਲ ਆ ਕੇ ਬੈਠ ਕੇ। ਕਿੰਨਾ ਭਟਕਦਾ ਇਨਸਾਨ ਹੋਵੇ, ਮਹਾਰਾਜ ਕੋਲ ਆ ਕੇ ਬੈਠੇ, ਸ਼ਾਂਤ ਹੋ ਜਾਏਗਾ, ਐ ਸ਼ਾਂਤ ਹੋ ਜਾਏਗਾ, ਸਭ ਕੁਝ ਭੁੱਲ ਜਾਏਗਾ। ਪਰ ਹੰਕਾਰਿਆ ਹੋਇਆ ਇਨਸਾਨ ਜਿਹੜਾ, ਜਿਸ ਦੇ ਅੰਦਰ ਹਉ ਹੈ, ਮੈਂ ਹੈ, ਜਿਸ ਨੂੰ ਆਪਣੇ ਅਹੁਦੇ ਦਾ ਮਾਣ ਹੈ, ਜਿਸ ਨੂੰ ਆਪਣੇ ਧਨ ਦਾ ਮਾਣ ਹੈ, ਜ਼ਮੀਨ ਦਾ ਮਾਣ ਹੈ, ਜਿਸ ਨੂੰ ਆਪਣੇ ਬੰਦਿਆਂ ਦਾ, ਬਾਹਾਂ ਦਾ ਮਾਣ ਹੈ, ਉਹ ਭਾਵੇਂ ਸਾਰੀ ਉਮਰ ਬਾਣੀ ਪੜ੍ਹਦਾ ਰਹੇ, ਸਾਰੀ ਉਮਰ ਸੰਗਤ ਕਰਦਾ ਰਹੇ, ਉਸ ਦੇ ਉੱਤੇ ਵਾਂਸ ਦੇ ਬੂਟੇ ਵਾਂਗ ਕੁਛ ਨਹੀਂ ਅਸਰ ਕਰਦਾ, ਉੱਦਾਂ ਦਾ ਉੱਦਾਂ ਹੀ ਰਹਿ ਜਾਂਦਾ। ਇਸ ਦਾ ਮਤਲਬ ਇਹ ਹੈ, ਸਿੱਖਿਆ ਸਾਨੂੰ ਕੀ ਹੈ ਕਿ ਗੁਰੂ ਦੀ ਸੰਗਤ ਕਰਨ ਵਾਲੇ ਨੂੰ ਆਪਣੀ ਮੈਂ ਜਗ, ਜਿਹੜੇ ਜੋੜੇ ਲਾ ਕੇ ਆਉਂਦੇ ਹਨ ਨਾ ਪਰਿਵਾਰ, ਜੋੜਿਆਂ ਨੂੰ ਤਾਂ ਅੰਦਰ ਨਹੀਂ ਲੈ ਕੇ ਆਉਂਦਾ, ਪ੍ਰਵਾਨ ਨਹੀਂ ਹੈਗਾ। ਬਿਲਕੁਲ ਇਸੇ ਤਰ੍ਹਾਂ ਜਿਹੜੀ ਸਾਡੇ ਅੰਦਰ ਮੈਂ ਹੈ, ਆਪਣੀ ਮੇਰੀ ਆਪਣੀ ਜਿਹੜੀ ਹੋਂਦ ਹੈ, ਮੈਂ ਸਿਆਣਾ ਹਾਂ, ਮੈਂ ਬੜੀ ਭਗਤੀ ਕਰਦਾ ਹਾਂ, ਮੈਂ ਸਾਰਿਆਂ ਨੂੰ ਜ਼ਿਆਦਾ ਬਾਣੀ ਪੜ੍ਹਦਾ ਹਾਂ, ਮੈਂ ਸਾਰਿਆਂ ਤੋਂ ਪਹਿਲਾਂ ਉੱਠਦਾ ਹਾਂ, ਇਹ ਸਾਰੀਆਂ ਗੱਲਾਂ ਇਹੋ ਜਿਹੀਆਂ ਜਿੰਨੀਆਂ ਵੀ ਸਾਡੇ ਦਿਮਾਗ ਵਿੱਚ ਹਨ। ਮੈਂ ਤਾਂ ਇੰਨੇ ਧਨ ਦਾ ਮਾਲਕ ਹਾਂ, ਮੇਰੇ ਕੋਲ ਤਾਂ ਇੰਨੀਆਂ ਵਧੀਆ ਵਧੀਆ ਗੱਡੀਆਂ ਹਨ, ਮੈਂ ਕਿਸੇ ਨੂੰ ਕੀ ਸਮਝਦਾ ਹਾਂ, ਇਹਨੂੰ ਜੋੜਿਆਂ ਦੇ ਲੱਗ ਉੱਥੇ ਲਾ ਕੇ ਅੰਦਰ ਆ ਕੇ ਨਹੀਂ ਕੁਛ ਵੀ ਮਿਲੇਗਾ। ਇੱਥੇ ਤਾਂ ਖਾਲੀ ਹੋ ਕੇ ਜਿਹੜਾ ਆਵੇਗਾ, ਉਹਦੇ ਵਿੱਚ ਕੁਛ ਉਸ ਭਾਂਡੇ ਵਿੱਚ ਪਵੇਗਾ। ਦੋ ਗੱਲਾਂ ਮਹਾਰਾਜ ਨੇ ਸਮਝਾਈਆਂ ਹਨ। ਇੱਕ ਤਾਂ ਭਾਂਡਾ ਖਾਲੀ ਹੋਣਾ ਚਾਹੀਦਾ ਹੈ, ਤਾਂ ਵਿੱਚ ਵਸਤੂ ਪਏਗੀ ਗੁਰੂ ਕੋ ਆ ਕੇ, ਵਸਤੂ ਅੰਦਰ ਵਸਤੂ ਆਵੇ, ਜੇ ਦੂਜੀ ਹੋਵੇ ਬਾਤ। ਭਾਂਡੇ ਜੇ ਕੋਈ ਪਹਿਲਾਂ ਵਸਤੂ ਹੈ ਤਾਂ ਉਹਨੂੰ ਪਹਿਲਾਂ ਕੱਢ ਲਓ, ਫਿਰ ਖਾਲੀ ਭਾਂਡਾ ਕਰਕੇ ਲਿਆਓ, ਚ ਪਵੇਗੀ ਵਸਤੂ। ਦੂਸਰਾ ਕੀ ਹੈ, ਉਹਦੇ ਭਾਂਡੇ ਕਛ ਨਾ ਸਮਾਵੇ, ਭਾਂਡਾ ਹੀ ਪੁੱਠਾ ਰੱਖ ਦਿਓ ਮੁੱਦਾ ਕਰਕੇ, ਉਹ 'ਚ ਕਿਵੇਂ ਕੋਈ ਚੀਜ਼ ਪੈ ਜਾਏਗੀ।
ਤੁਸੀਂ ਗੁਰੂ ਦੇ ਕੋਲ ਬੈਠੇ ਹੋ, ਗੁਰੂ ਦੀ ਸੰਗਤ 'ਚ ਬੈਠੇ ਹੋ, ਤੁਹਾਡੇ ਅੰਦਰ ਖਿਆਲ ਹੋਰ ਹੀ ਆਈ ਜਾਂਦੇ ਹਨ, ਆਪਣੇ ਕੰਮਕਾਰ ਦੇ, ਘਰ ਦੇ, ਨਿਆਣਿਆਂ ਦੇ, ਹੋਰ ਇੱਧਰ ਉੱਧਰ ਦੇ ਖਿਆਲ ਆਈ ਜਾਂਦੇ ਹਨ। ਭਾਂਡਾ ਤਾਂ ਮੁੱਦਾ ਪਿਆ ਹੈ, ਗੁਰੂ ਦੀ ਗੱਲ ਕਿਵੇਂ 'ਚ ਪੈ ਜਾਏਗੀ? ਨਹੀਂ ਪੈ। ਸੋ ਦੋਵੇਂ ਗੱਲਾਂ ਧਿਆਨ ਰੱਖਣੀਆਂ ਹਨ। ਇੱਕ ਤਾਂ ਖਾਲੀ ਭਾਂਡਾ ਲੈ ਕੇ ਆਉਣਾ ਹੈ, ਆਪਣੀ ਹਉਮੈ ਨੂੰ ਛੱਡ ਕੇ ਆਉਣਾ ਹੈ ਬਾਹਰ ਹੀ, ਫਿਰ ਇਹ 'ਚ ਕੁਝ ਹੋਏਗਾ। ਦੂਸਰੀ ਗੱਲ ਕਿ ਭਾਂਡਾ ਸੁਧਾ ਰੱਖਣਾ ਹੈ। ਸਾਨੂੰ ਪਤਾ ਲੱਗ ਜਾਂਦਾ ਹੈ, ਜਦੋਂ ਸਾਡਾ ਮਨ ਜਦ ਦੂਰ ਜਾਂਦਾ ਹੈ, ਭਰ ਜਾਂਦਾ ਹੈ, ਗੁਰੂ ਕੋਲ ਬੈਠਿਆ ਹੋਇਆਂ ਦਾ ਪਤਾ ਲੱਗ ਜਾਂਦਾ ਹੈ, ਉਦੋਂ ਝਟਕਾ ਲੱਗਦਾ ਹੈ, ਉਦੋਂ ਅਰਦਾਸ ਕਰੋ ਮਹਾਰਾਜ ਦੇ ਚਰਨਾਂ 'ਚ, ਸੱਚੇ ਪਾਤਸ਼ਾਹ ਜੇ ਆ ਸਮਾਂ ਬਖਸ਼ਿਆ ਆਪਣੀ ਸੰਗਤ 'ਚ ਬੈਠਣ ਲਈ, ਤਾਂ ਇਹ ਸਫਲਾ ਹੋ ਜੇ, ਕਿਰਪਾ ਕਰੋ ਇਹਨੂੰ ਮਨ ਨੂੰ ਵੀ ਆਪਣੇ ਚਰਨਾਂ 'ਚ ਜੋੜ ਲਓ, ਇਸ ਪਾਸੇ ਮੁੜ ਲਓ, ਭੱਜਾ ਫਿਰਦਾ ਹੈ ਐਵੇਂ ਹੀ। ਸੋ ਮਾਰੇ ਕਹਿੰਦੇ ਕਿ ਫਿਰ ਨਿੰਮ ਵਰਗਾ ਕੌੜਾ ਦਰਖਤ ਵੀ, ਭਾਵੇਂ ਉਸਦਾ ਕਿਸੇ ਤਰ੍ਹਾਂ ਦਾ ਸੁਭਾਅ ਹੋਵੇ, ਜੇ ਮੈਂ ਤੋਂ ਰਹਿ ਜਾਂਦਾ, ਜੇ ਬਾਹਰੋਂ ਕੋਲ ਚੁੱਕ ਬੋਲਦੇ ਪੀ ਖੜੇ ਆਪਾਂ, ਜੇ ਬਾਹਰੋਂ ਵੇਖਣ ਨੂੰ ਇਹ ਜਾਂਦਾ ਹੈ ਕਿ ਕੌੜਾ ਬੋਲਦਾ ਹੈ, ਫਿੱਕਾ ਬੋਲਦਾ ਹੈ, ਪਰ ਅੰਦਰ ਪ੍ਰੇਮ ਹੈ, ਤਾਂ ਫਿਰ ਉਹਦੇ ਵਿੱਚ ਜੀਵਨ ਦੀ ਤਬਦੀਲੀ ਆ ਜਾਂਦੀ ਹੈ, ਉਹਨੂੰ ਵੀ ਗੁਰੂ ਆਪਣਾ ਬਣਾ ਦਿੰਦਾ ਹੈ। ਗਾਥਾ ਗੁੰਪ ਗੋਪਾਲ ਕਥਨ ਮਥਨ ਮਾਨ ਵਰਤਨ ਹੈ। ਗਾਥਾ ਇਸ ਬਾਣੀ ਦਾ ਨਾਮ ਹੈ। ਗਾਥਾ ਕੀ ਹੈ? ਪਹਿਲਾਂ ਰਾਮਦੇਵ ਦਾਸ ਨੇ ਬੇਨਤੀ ਕੀਤੀ ਸੀ, ਗਾਥਾ ਸਾਖੀ ਹੈ, ਕਥਾ ਹੈ, ਰੱਬ ਦੀ ਕਥਾ। ਇਹ ਜਿਹੜੀ ਆਪਾਂ ਕਥਾ ਕਰ ਰਹੇ ਹਾਂ, ਸੁਣ ਰਹੇ ਹਾਂ, ਇਹ ਰੱਬ ਦੀ ਕਥਾ ਹੈ, ਇਹ ਕਿਸੇ ਇਨਸਾਨ ਦੀ ਕਥਾ ਨਹੀਂ ਹੈ, ਕਿਸੇ ਦੇਵੀ ਦੇਵਤੇ ਦੀ ਕਥਾ ਨਹੀਂ ਹੈ, ਇਹ ਰੱਬ ਦੀ ਕਥਾ ਹੈ। ਪਰਮਾਤਮਾ ਦੀਆਂ ਗੱਲਾਂ ਸਾਰੀਆਂ ਆਪਾਂ ਸੁਣਿਆ, ਤੇ ਹੋਰ ਕੋਈ ਕਥਾ ਨਹੀਂ ਹੈ। ਮਾਰੇ ਕਹਿੰਦੇ ਕਿ ਗੁੰਪ ਕੀ ਹੁੰਦਾ ਹੈ? ਗੁੰਦੀ ਹੋਈ। ਗੋਪਾਲ ਵਾਹਿਗੁਰੂ ਪਰਮੇਸ਼ਰ ਜੋ ਹੈ, ਜਿਹੜੇ ਵੀ ਇਸ ਗਾਥਾ ਨੂੰ, ਗੁਰੂ ਦੀਆਂ ਗੱਲਾਂ ਨੂੰ, ਇਸ ਬਾਣੀ ਨੂੰ ਵੀ ਨਾਲ ਆ ਗਿਆ। ਇਸ ਬਾਣੀ ਦੀ ਮਹਾਨਤਾ ਜਿਵੇਂ ਸੁਖਮਨੀ ਸਾਹਿਬ ਦੀ ਮਹਾਨਤਾ ਸੁਖਮਨੀ ਸਾਹਿਬ ਵਿੱਚ ਹੀ ਦਿੱਤੀ ਹੋਈ ਹੈ। ਸੁਖਮਨੀ ਸਾਹਿਬ ਗੋਬਿੰਦ ਗੁਰੂ ਨਾਮ ਜਿਸ ਮਨ ਵਸੇ ਸੋ ਬੰਦਾਨ, ਸਰਬ ਇੱਛਾ ਤਾਂ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪੜ੍ਹ ਸ਼ਬਦ। ਇਹ ਸੁਖਮਨੀ ਸਾਹਿਬ ਪੜ੍ਹਨ ਵਾਲੇ ਨੂੰ ਫਲ ਮਿਲਦਾ ਹੈ। ਇਸੇ ਤਰ੍ਹਾਂ ਹੀ ਬਾਣੀ ਦੀ ਮਹਾਨਤਾ ਮਹਾਰਾਜ ਨੇ ਕਈ ਦੋ ਥਾਵਾਂ ਤੇ ਕਰਾਈ ਹੈ। ਮਹਾਰਾਜ ਕਹਿੰਦੇ ਕਿ ਇਹ ਗੁੰਦੇ ਹੋਏ ਜਿਹੜੇ ਸ਼ਬਦ ਹਨ, ਇਹ ਫੁੱਲਾਂ ਦਾ ਮਨ ਗੁਲਦਸਤਾ ਬਣਾਇਆ ਹੋਇਆ ਹੈ। ਜਿਹੜਾ ਵੀ ਇਹਨਾਂ ਨੂੰ ਪੜ੍ਹਦਾ ਹੈ, ਜਿਹੜਾ ਵੀ ਇਹਨਾਂ ਨੂੰ ਸੁਣਦਾ ਹੈ, ਮਥਨ ਮਾਨ ਮਥਨ, ਉਸਦਾ ਹੰਕਾਰ ਨਹੀਂ ਮੰਨਦਾ ਹੈ। ਇਹ ਗੁਰੂ ਦੇ ਵਚਨ ਉਸਦੇ ਹੰਕਾਰ ਨੂੰ ਮੱਤ ਦਿੰਦੇ ਹਨ, ਨਾਸ ਕਰਦੇ। ਹਤਨ ਪੰਜ ਸਤਰੇਣ ਨਾਨਕ ਹਰ ਬਾਣੇ ਪ੍ਰਹਾੜਨ। ਫਿਰ ਜਦੋਂ ਇਸ ਕਥਾ ਨੂੰ ਸੁਣਨ ਵਾਲਾ ਗੁਰੂ ਦਾ ਪਿਆਰਾ ਬਾਣੀ ਦੇ ਗੁਰੂ ਦੇ ਸ਼ਬਦ ਦੇ ਤੀਰ ਚਲਾਉਂਦਾ ਹੈ, ਤਾਂ ਪੰਜ ਸ਼ਤਰੂ ਜਿਹੜੇ ਹਨ, ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹਨ, ਉਹ ਵੀ ਘਾਇਲ ਹੋ ਜਾਂਦੇ ਹਨ। ਭਾਵ ਜਦੋਂ ਗੁਰੂ ਦਾ ਪਿਆਰਾ ਗੁਰੂ ਦੀ ਸੰਗਤ ਵਿੱਚ ਜੁੜ ਕੇ ਗੁਰੂ ਦੇ ਬਚਨਾਂ ਨੂੰ ਕਮਾਉਂਦਾ ਹੈ, ਗੁਰੂ ਦੇ ਬਚਨਾਂ ਨੂੰ ਧਿਆਨ ਨਾਲ ਸੁਣਦਾ ਹੈ, ਪੜ੍ਹਦਾ ਹੈ, ਤਾਂ ਇਹ ਬਾਣ ਹਨ, ਤਿੱਖੇ ਬਾਣ ਹਨ, ਅਣਿਆਲੇ ਅਣੀਆਂ ਮਾਰੇ ਤਿੱਖੀਆਂ ਲੋਕਾਂ ਵਾਲੇ ਤੀਰ ਹਨ। ਜਿੱਥੇ ਵੱਜਦੇ ਹਨ, ਜੇ ਕਾਮ ਦੀ ਗੱਲ ਸਾਹਮਣੇ ਆਈ ਉਸ ਨੂੰ ਖਤਮ ਕਰ ਦੇਗਾ, ਕ੍ਰੋਧ ਦੀ ਗੱਲ ਆ ਗਈ ਸਾਹਮਣੇ ਉਸ ਨੂੰ ਖਤਮ ਕਰ ਦੇਗਾ। ਇਸ ਤਰ੍ਹਾਂ ਲੋਭ ਹੰਕਾਰ ਦੇ ਵਿਚਾਰ ਅੰਦਰ ਆਉਂਦਾ ਹੈ, ਤਾਂ ਉਸ ਨੂੰ ਗੁਰੂ ਦਾ ਸ਼ਬਦ ਉੱਥੇ ਖਤਮ ਕਰ ਦੇਗਾ, ਸਾਡੇ ਅਸਰ ਨਹੀਂ ਹੋਣ ਦੇਵੇਗਾ। ਬਚਨ ਸਾਧ ਸੁਖ ਪੰਥਾ ਲਹੰਥਾ ਵਟ ਕਰਮਣ। ਸਾਧ ਸਾਧਾ ਅਰਥ ਹੈ ਗੁਰੂ, ਗੁਰੂ ਦੇ ਬਚਨ ਸੁਖ ਦੇਣ ਵਾਲੇ। ਇਹ ਪੰਥ ਦਾ ਮਤਲਬ ਰਸਤਾ ਹੈ। ਇੱਕ ਅਜਿਹੇ ਰਸਤੇ ਦੇ ਤੋਰਦੇ ਹਨ
जिथे सुख मिलता है, सुख बनता, सुख वाले रस्ते तुरदा। इस जो इन्हों के अनुसार चलेगा, गुरु के वचनों वाल तुरेगा, इन्हों अनुसार ही चलेगा, उसको जिंदगी में सुख मिलेगा। लहंता वट करुणे पर वड्डियां कर्मां वालियां नूं देखो बिन भागां सत्संग। कोई चंगा कर्म किया फिर बंदा चल के संग जाता है, नहीं तो नहीं आता। कई बार नेड़े आके फिर मुड़ जाता है, बैठना नसीब नहीं है, भागा तो बिना कितने बैठेगा। और कई बार ख्याल ही नहीं आता है, कई बार पता ही नहीं होता संगत की की महानता है। संगत आके बैठेगा तो पता लगेगा संगत की की महानता है। वाह रहंता जन्म मरणेन रमणन नानक हर कीर्तन। जिहड़ा इंसान परमेश्वर का सिमरन करता है, हरि जस करता है, कीर्तन है, कीर्तन कथा कीर्तन सुनता है। कथा विचार है जिवें आप कर रहे हैं, कीर्तन साजा नाल कीता जाता है, गुरु के शब्द को गाया जाता है। जे गाउण वाले नूं भी समझ होवे मैं की गा रहा हाँ, सुन वालियां नूं भी समझ होवे तो आनंद पैदा होता है, रस मिलता है। इस तरह ही कथा है। संगत दे विच साडा नेम की है कि असी कथा कीर्तन करना है या सुनना है, दोनों जी गल करनी है। जिहड़ा नितनेम साडा है वो आप गले भी कर सकते हैं, पंज बाणियां दा नितनेम करना घर भी कर सकते हैं। और गुरसिख नूं वैसे कोशिश ये करनी चाहिए है कि घरों करके गुरु की संगत च आवे, फिर संगत बैठण का भी आनंद आवेगा। जो पंज बाणियां दा नितनेम घरों करके आवे ना, फिर संगत च बैठण का बड़ा आनंद आवेगा। महाराज कहते कि ये सुख देने वाले वचन हैं, मिलते भागां वालियां नूं हन, ते जिहड़े इन्हां वचनां नूं कमाउंदे हन, रहंता जन्म मरने ओहदा तां जन्म मरण नहीं कटिया जाता। सतगुरु जी कृपा करन, जो पावन उपदेश आपां इस पावन बाणी दे राहीं, गाथा बाणी है, इस राहीं सरवण कर रहे हैं, ये साडे हृदय जो एक एक वचन महाराज का हृदय टुंबदा है और अंदर वसाउण वाला है। सतगुरु जी कृपा करन, भुलां चुकां दी क्षमा करनी। गुरु का लंगर तैयार है, आप सारी संगत गुरु का लंगर छक के जाना है। दास वालों फिर सारी संगतां नूं इस नवे साल की बहुत बहुत बधाई होवे। सतगुरु जी सारे खुशियां बख्शण। इस तरह ही अपने चरणों में जोड़ के रखन, नाम बाणी में जोड़ के रखन, सेवा ते सिमरन की भावना साडे अंदर पैदा हो। ये अरदास सारे करो, सच्चे पातशाह रहम करो, सही प्यारे वेल जिन्ना मिलिया तेरा। सच्चे पातशाह आए साल उन्होंने मिले जिन्हों ने मेल के नाल तू कीते तेरे नाल होर जुड़। ये अरदास करो सारे, भुलां चुकां दी क्षमा। वाहिगुरू जी का खालसा।